ਡੰਡੌਤ ਬੰਦਨ ਕਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਗੁਰ ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਧ ਰੋਸਨੈ, ਜੋ ਕਾਲ ਕਿਰਪਾ ਕਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੇ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ ਅਸੀਂ ਉਹਨਾਂ ਮਹਾਨ ਮਹਾਂਪੁਰਖਾਂ ਦੇ ਮਿੱਠੀ ਅਤੇ ਨਿੱਘੀ ਯਾਦ ਵਿੱਚ ਜੁੜ ਬੈਠੇ ਹਾਂ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੇਵਾ ਔਰ ਸਿਮਰਨ ਦੇ ਵਿੱਚ ਲਗਾਇਆ ਹੈ। ਆਪਣਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਯਾਦ ਵਿੱਚ ਜੁੜ ਕੇ ਇਸ ਸੁਭਾਗੇ ਸਮੇਂ ਦਾ ਲਾਭ ਉਠਾਈਏ। ਸੋ ਸਾਰੀਆਂ ਸੰਗਤਾਂ ਜਿੱਥੇ ਤੱਕ ਵੀ ਆਵਾਜ਼ ਸੁਣਦੇ ਨੇ, ਆਪਣੇ ਆਪਣੇ ਕੰਮਾਂ ਕਾਜਾਂ ਤੋਂ ਰੁਝੇਵੇ ਹੋ ਕੇ ਆਪਣੇ ਆਪਣੇ ਘਰ ਸਥਾਨਾਂ 'ਤੇ ਆਰਾਮ ਨਾਲ ਬੈਠ ਕੇ ਜੋ ਵਿਚਾਰ ਮਹਾਂਪੁਰਖਾਂ ਦੇ ਨਾਮ ਤੇ ਹੁੰਦੀ ਹੈ, ਉਸ ਨੂੰ ਸੁਣਨ ਦੀ ਕਿਰਪਾਲਤਾ ਕਰੋ ਜੀ। ਭਗਤ ਵਚਲ ਕਰੁਣਾ ਨਿਧਾਨ, ਦੀਨਾ ਬੰਧੂ ਪਤਿਤ ਪਾਵਨ, ਜਗਤ ਗੁਰੂ ਨਿਰੰਜਨੀ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਨ ਬਖਸ਼ਿਸ਼ ਕਿਰਪਾ ਦੁਆਰਾ ਅੱਜ ਆਪ ਸਾਰੀਆਂ ਸੰਗਤਾਂ ਗੁਰੂ ਮਹਾਰਾਜ ਦੀ ਮਹਾਨ ਬਖਸ਼ਿਸ਼ ਕਿਰਪਾ ਦੇ ਪਾਤਰ ਬਣਨ ਵਾਸਤੇ ਉਹਨਾਂ ਮਹਾਂਪੁਰਖਾਂ ਦੇ ਵਿਚਾਰ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਔਰ ਉਹਨਾਂ ਦੇ ਵਾਰਿਸ ਆਏ ਧੰਨ ਧੰਨ ਬਾਬਾ ਤੇਜਾ ਸਿੰਘ ਜੀ ਮਹਾਰਾਜ ਜੀ ਦੀ ਬਰਸੀ ਤੇ, ਸਾਲਾਨਾ ਬਰਸੀ ਤੇ ਹਾਜ਼ਰੀਆਂ ਭਰ ਰਹੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਬਰਸ ਆਈ ਹੋਈ ਟਕਸਾਲ ਸੰਪਰਦਾ ਔਰ ਪੰਜਾਂ ਪਿਆਰਿਆਂ ਦੇ ਮੁਖੀ ਜਥੇਦਾਰ ਮਹਾਰਾਜ ਦੇ ਗੜਵਈ ਧੰਨ ਧੰਨ ਭਾਈ ਦਇਆ ਸਿੰਘ ਜੀ ਮਹਾਰਾਜ, ਜਿਨ੍ਹਾਂ ਦਾ ਪਿਛੋਕੜ ਭਾਈ ਪਾਰੋ ਸਾਹਿਬ ਜੋ ਗੁਰੂ ਅੰਗਦ ਸਾਹਿਬ ਜੀ ਦੇ ਅਨੰਤ ਸਿੱਖ ਹੋਏ ਹਨ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਪਰਮਹੰਸ ਦੀ ਪਦਵੀ ਬਖਸ਼ੀ ਔਰ ਜਿਸ ਡੱਲੇ ਵਿਖੇ ਕਈ ਬ੍ਰਹਮ ਗਿਆਨੀ ਹੋਏ ਹਨ। ਔਰ ਇਸੇ ਪਰਿਵਾਰ ਦੇ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਦੀ ਸ਼ਾਦੀ ਮਾਤਾ ਦਮੋਦਰੀ ਜੀ ਨਾਲ ਹੋਈ ਔਰ ਇਸੇ ਅੰਸ਼ ਬੰਸ਼ ਦੇ ਵਿੱਚ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦਾ ਜਨਮ ਹੋਇਆ। ਜਦੋਂ ਧੰਨ ਧੰਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸਿੱਖੀ ਦੀ ਪਰਖ ਕੀਤੀ, ਪਰਖ ਵਿੱਚ ਭਾਈ ਪਾਰੋ ਜੀ ਔਰ ਧੰਨ ਧੰਨ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਧੰਨ ਬੀਬੀ ਭਾਨੀ ਜੀ ਪਾਸ ਹੋਏ। ਭਾਈ ਪਾਰੋ ਸਾਹਿਬ ਜੀ ਨੂੰ ਆਗਿਆ ਹੋਈ ਬੋਲੀ ਸਾਹਿਬ ਦੇ ਸਾਹਮਣੇ ਜੋ ਮੰਜੀ ਸਾਹਿਬ ਹੈ, ਇਹਦੇ ਤੇ ਸੁਭਾਇਮਾਨ ਹੋਵੋ। ਇੱਥੇ ਬੈਠ ਕੇ ਮਹਾਰਾਜ ਆਪ ਸੰਗਤ ਨੂੰ ਕਿਰਪਾ ਰੂਪੀ ਗੁਰਮਤਿ ਸਰਵਨ ਕਰਵਾਇਆ ਕਰਦੇ ਸੀ। ਕਹਿਣ ਲੱਗੇ, ਮਹਾਰਾਜ ਆਪ ਮੈਨੂੰ ਗੁਰਤਾ ਗੱਦੀ ਦੇਣੀ ਚਾਹੁੰਦੇ ਹੋ, ਪਰ ਮੈਂ ਆਪ ਜੀ ਦਾ ਸਿੱਖ ਰਹਿਣਾ ਵਧੇਰੇ ਪਸੰਦ ਕਰਦਾ। ਮਹਾਰਾਜ ਜੀ ਨੇ ਫਿਰ ਪਰਮ ਪਦਵੀ ਦਿੱਤੀ, ਪਰਮਹੰਸ ਦੀ ਪਦਵੀ ਦਿੱਤੀ। ਉਸ ਤੋਂ ਬਾਅਦ ਬੀਬੀ ਭਾਨੀ ਜੀ ਦਾ ਸਮਾਂ ਆਇਆ। ਕਹਿਣ ਲੱਗੇ ਕਿ ਗੱਦੀ ਘਰ ਦੇ ਵਿੱਚ ਰਹਿ ਜਾਵੇ
ਉਹਨਾਂ ਦੇ ਪਤੀ ਦੇਵ ਗੱਦੀ ਤੇ ਬੈਠ ਗਏ। ਫਿਰ ਘਰ ਦੀ ਘਰ ਵਿੱਚ ਰਹਿ ਗਈ। ਭਾਈ ਪਾਰੋ ਸਾਹਿਬ ਜੀ ਨੂੰ ਜੋ ਬਚਨ ਹੋਇਆ ਸਮੇਂ ਦੇ ਨਾਲ ਜੋ ਸਿੱਖੀ ਦੀ ਪਰਖ ਹੋਈ, ਇਸੇ ਪਰਿਵਾਰ ਦੇ ਵਿੱਚੋਂ ਭਾਈ ਸਾਹਿਬ ਭਾਈ ਦਇਆ ਸਿੰਘ ਸਾਹਿਬ ਜੀ ਨੇ ਪਹਿਲਾਂ ਸੀਸ ਭੇਟ ਕਰਕੇ ਬਖਸ਼ਿਸ਼ਾਂ ਲਈਆਂ। ਇਹ ਉਹਨਾਂ ਦੀ ਸੰਪਰਦਾ ਤੇ ਮਹਾਂਪੁਰਖਾਂ ਦੀ ਸੰਪਰਦਾ ਤਕਰੀਬਨ 20 ਸੰਪਰਦਾਵਾਂ ਹੋਰ ਨਿਕਲਦੀਆਂ ਹਨ। ਗਾਂ ਤੋਂ ਗਾਂ ਨਵੀਆਂ ਸ਼ਾਖਾਵਾਂ ਵੀ ਚੱਲ ਰਹੀਆਂ ਹਨ। ਭਾਈ ਸਾਹਿਬ ਭਾਈ ਸਿੰਘ ਸਾਹਿਬ ਔਰ ਬਾਬਾ ਸੋਭਾ ਸਿੰਘ ਜੀ ਜੋ ਨਿਰਮਲੇ ਸੰਤਾਂ ਵਿੱਚ ਕਾਂਸ਼ੀ ਭੇਜੇ ਗਏ ਪੜ੍ਹਨ ਲਈ, ਉਹਨਾਂ ਦਾ ਵੀ ਨਾਮ ਹੈ। ਔਰ ਕੇਸਗੜ੍ਹ ਸਾਹਿਬ ਦੇ ਪਹਿਲੇ ਜਥੇਦਾਰ ਹੋਏ ਹਨ। ਜਦੋਂ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਤਿਆਗ ਕੀਤਾ, ਕੇਸਗੜ੍ਹ ਸਾਹਿਬ ਦੀ ਸੇਵਾ ਉਹਨਾਂ ਨੂੰ ਸਾਂਭਣ ਲਈ ਕਹੀ ਔਰ ਸੀਸਗੰਜ ਬਾਬਾ ਗੁਰਬਖਸ਼ ਸਿੰਘ ਜੀ ਨੇ ਸਾਂਭੀ। ਔਰ ਉਹਨਾਂ ਤੋਂ ਬਾਅਦ ਫਿਰ ਬਾਬਾ ਸਾਹਿਬ ਸਿੰਘ ਬੇਦੀ ਜਿਨ੍ਹਾਂ ਨੇ ਖਾਲਸਾ ਰਾਜ ਕਾਇਮ ਕੀਤਾ, ਮਹਾਰਾਜਾ ਰਣਜੀਤ ਸਿੰਘ ਆਪ ਕਿਰਪਾ ਬਖਸ਼ਿਸ਼ ਕੀਤੀ। ਉਹਨਾਂ ਤੋਂ ਬਾਅਦ ਬਾਬਾ ਭਾਗ ਸਿੰਘ ਸਾਹਿਬ ਪੂਰੀ ਵਾਲੇ ਮਹਾਂਪੁਰਖ ਰਾਵਲਪਿੰਡੀ, ਉਹਨਾਂ ਤੋਂ ਬਾਅਦ ਨਰੰਗਾਬਾਦ ਵਾਲੇ ਧੰਨ ਧੰਨ ਬਾਬਾ ਵੀਰ ਸਿੰਘ ਜੀ ਮਹਾਰਾਜ, ਫਿਰ ਧੰਨ ਧੰਨ ਬਾਬਾ ਖੁਦਾ ਸਿੰਘ ਜੀ ਮਹਾਰਾਜ, ਬਾਬਾ ਮਹਾਰਾਜ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਖਾਲਸਾ ਰਾਜ ਵਾਸਤੇ ਬਹੁਤ ਹੀ ਬਲੀਦਾਨ ਦਿੱਤੇ ਸਨ। ਔਰ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ। ਜਦੋਂ ਬਾਬਾ ਸਾਹਿਬ ਸਿੰਘ ਜੀ ਰਾਵਲਪਿੰਡੀ ਦੇ ਇਲਾਕੇ ਦੇ ਵਿੱਚ ਗਏ, ਮਹਾਰਾਜ ਜੀ ਦੀ ਮਾਸੀ ਮਹਾਂਪੁਰਖਾਂ ਦੀ ਸ਼ਰਧਾਲੂ ਸੀ, ਆਪਣੀ ਭੈਣ ਅਤੇ ਭਣੀਏ ਸਰਦਾਰ ਕਿਰਪਾ ਜੀ ਨੂੰ ਪਾਸ ਬੇਨਤੀ ਕੀਤੀ ਕਿ ਮਹਾਰਾਜ ਕਿ ਇਹਨਾਂ ਨੂੰ ਵੀ ਪੁੱਤਰ ਦੀ ਦਾਤ ਬਖਸ਼ੋ। ਉਸ ਵੇਲੇ ਬਾਬਾ ਸਾਹਿਬ ਸਿੰਘ ਬੇਦੀ ਜੀ ਨੇ ਬਚਨ ਕੀਤੇ ਕਿ ਇਹਨਾਂ ਨੂੰ ਕੀ ਬੱਚਾ ਦੇਣਾ, ਇਹਨਾਂ ਨੂੰ ਤੇ ਅਸੀਂ ਆਪ ਹੀ ਇਹਨਾਂ ਦਾ ਪੁੱਤਰ ਪੈਦਾ ਹੋਵਾਂਗੇ। ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ 1844 ਦੇ ਵਿੱਚ ਸਿੱਖ ਰਾਜ ਵਿੱਚ ਉਹ ਭਰਤੀ ਹੋਏ ਹਨ ਫੌਜ ਵਿੱਚ। 1849 ਦੇ ਵਿੱਚ ਖਾਲਸਾ ਰਾਜ ਚਲਾ ਗਿਆ, ਅੰਗਰੇਜ਼ਾਂ ਦਾ ਪ੍ਰਭਾਵ ਹੋ ਗਿਆ। 1857 ਦੇ ਗਦਰ ਵਿੱਚ ਅੰਗਰੇਜ਼ਾਂ ਨੇ ਆਪਣਾ ਪ੍ਰਭਾਵ ਜਮਾਉਣ ਵਾਸਤੇ ਫੌਜਾਂ ਨੂੰ ਲੁੱਟ ਖਸੁੱਟ ਦਾ ਹੁਕਮ ਦੇ ਦਿੱਤਾ। ਇਹ ਮਹਾਰਾਜ ਜੀ ਦੀ ਪਲਟਨ 180 ਕਿਲੋਮੀਟਰ ਦਾ ਸਫ਼ਰ ਚੱਲ ਕੇ ਕਿਲੇ ਤੇ ਕਿਵੇਂ ਗਏ, ਕਿਲੇ ਤੇ ਹਮਲਾ ਕੀਤਾ, ਕਿਸ ਤਰ੍ਹਾਂ ਜੰਗ ਫਤਿਹ ਹੋਈ, ਸਿਰ ਵੱਢਣ ਦੇ ਵੀ ਹੁਕਮ ਹੋਏ। ਇੱਕ ਇਹ ਸ਼ਖਸੀਅਤ ਨੇ ਜਿਨ੍ਹਾਂ ਨੇ ਲੋਕਾਂ ਦੀ ਜਾਨ ਮਾਰ ਇੱਜ਼ਤ ਦੀ ਰੱਖਿਆ ਕਰਦੇ ਰਹੇ। ਲੁੱਟਣ ਤੋਂ ਬਾਅਦ ਫੌਜੀ ਲੋਕ ਘਰਾਂ ਨੂੰ ਆਏ, ਸਾਰਿਆਂ ਨੇ ਫੌਜੀ ਕੀ ਲਿਆਇਆ ਕੀ ਲਿਆਇਆ, ਤੇ ਮਹਾਰਾਜ ਨੂੰ ਵੀ ਪੁੱਛਿਆ ਕਿ ਕਹਿਣ ਲੱਗੇ ਕਈ ਸ਼ਹੀਦ ਵੀ ਹੋ ਗਏ, ਕਈ ਫੱਟੜ ਵੀ ਹੋ ਗਏ, ਅੰਗ ਭੰਗ ਹੋ ਗਏ, ਤੇ ਦੁਨੀਆ ਮਾਇਆ ਦੀ ਪਿੱਛੇ ਭੱਜੀ ਫਿਰਦੀ ਹੈ। ਉੱਥੋਂ ਬੈਰਾਗ ਬਹੁਤ ਜ਼ਿਆਦਾ ਹੋ ਗਿਆ। ਫਿਰ ਹਰ ਵੇਲੇ ਬੰਦਗੀ ਵਿੱਚ ਜੁੜੇ ਰਹਿਣਾ, ਸ਼ਿਕਾਇਤਾਂ ਆਉਂਦੀਆਂ ਰਹਿਣੀਆਂ। ਤਾਂ ਕਿਸੇ ਨੇ ਦੇਖਿਆ ਕਿ ਵੀ ਬੰਦਗੀ 'ਚ ਲੱਗੇ ਹੋਏ ਨੇ, ਤਾਂ ਉਹਨਾਂ ਨੇ ਹਾਜ਼ਰੀ ਆਪ ਹੀ ਲਵਾ ਦੇਣੀ। ਤਾਂ ਉਹਨਾਂ ਨੇ ਦੇਖਿਆ ਕਿ ਇਹ ਤਾਂ ਬਹੁਤ ਗਲਤ ਹੋ ਰਿਹਾ ਹੈ। ਕਹਿੰਦੇ ਮੇਰਾ ਨਾਮ ਕੱਟ ਦਿਓ। ਕਹਿੰਦੇ ਨਾਮ ਨਹੀਂ ਕੱਟਣਾ, ਤੁਹਾਨੂੰ ਰੂਟੀਨ ਮਾਫ ਹੈ, ਤੁਹਾਡਾ ਉੱਚਾ ਅਹੁਦਾ, ਤੇਰੇ ਰਿਕਾਰਡ ਵਿੱਚ ਸਾਡਾ ਨਾਂ ਹੀ ਨਹੀਂ। ਫਿਰ ਹੋਤੀ ਤੇ ਮਰਦਾਨ 2 ਨਗਰ ਨੇ, ਹੁਣ ਤਾਂ ਇੱਕੋ ਹੀ ਬਣ ਗਏ ਨੇ, ਤੇ ਮਰਦਾਨ ਛਾਉਣੀ ਹੈ ਤੇ ਹੋਤੀ ਨਗਰ ਹੈ। ਬਾਬਾ ਜੀ ਦੇ ਸਮੇਂ ਦਾ ਨਗਰ ਗੁਰਦੁਆਰਾ ਸਾਹਿਬ ਵੀ ਹੈ ਤੇ ਪਵਿੱਤਰ ਸਥਾਨ ਵੀ ਹੈ। 3 ਕਰੋੜ ਇੱਟ ਲੱਗੀ ਹੋਈ ਸੀ। ਬਟਵਾਰੇ ਤੋਂ ਬਾਅਦ ਸਾਰੀਆਂ ਇੱਟਾਂ ਉਧੇੜ ਦੌੜ ਕੇ ਲੋਕੀ ਲੈ ਗਏ। ਹੁਣ ਸਿਰਫ ਦੂਰਦਰਸ਼ਨੀ ਦੁਆਰ ਤੇ ਇੱਕ ਬੌਲੀ ਸਾਹਿਬ ਹੈ, ਜਿਨ੍ਹਾਂ ਧੰਨ ਧੰਨ ਬਾਬਾ
ਆਇਲ ਸਿੰਘ ਜੀ ਮਹਾਰਾਜ ਜੀ ਨੇ ਉਹਨਾਂ ਦੀ ਸੇਵਾ ਸ਼ੁਰੂ ਕੀਤੀ। ਉਹਨਾਂ ਦਾ ਨਾਮ ਉੱਥੇ ਲਿਖਿਆ ਹੋਇਆ ਹੈ। ਉਸ ਸਥਾਨ 'ਤੇ ਫਿਰ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਨੇ, ਜਿੱਥੇ ਹੋਰ ਬੇਅੰਤ ਮਹਾਂਪੁਰਖਾਂ ਨੇ, ਬਾਬਾ ਰਾਮ ਸਿੰਘ ਜੀ ਤੇ ਬਾਬਾ ਜੀਵਨ ਸਿੰਘ ਜੀ, ਬਾਬਾ ਉਜਾਲਾ ਸਿੰਘ ਜੀ ਹਰਖਵਾਲ ਵਾਲੇ, ਰੇਰੂ ਸਾਹਿਬ ਵਾਲੇ, ਅਤਲੇ ਵਾਲੇ, ਹੰਸਾਂ ਵਾਲੇ ਬਖਸ਼ਿਸ਼ਾਂ ਲਈਆਂ। ਤੇ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਨੇ ਮਹਾਂਪੁਰਖਾਂ ਦੀ ਪੂਰੀ ਆਸ਼ੀਰਵਾਦ ਲਈ। ਔਰ ਇੱਥੋਂ ਤੱਕ ਕਿ ਮਹਾਰਾਜ ਜੀ ਨੇ ਪ੍ਰਸੰਨਤਾ ਯਾਦ ਕਰਦਿਆਂ ਕਿ ਸਾਡੀ ਸੇਵਾ ਸੰਭਾਲੋ। ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਨੇ ਇਤਨਾ ਤਿਆਗ ਤੇ ਮਹਾਂਪੁਰਖਾਂ ਤੋਂ ਇੱਕੋ ਹੀ ਬਚਨ ਮੰਗਿਆ ਕਿ ਭੁੱਖੀ ਤਲਾਈ ਦੇ ਨਾਲ ਪ੍ਰੀਤੀ ਨਿਭ ਜਾਏ ਤੇ ਹਰ ਵੇਲੇ ਗੁਰੂ ਮਹਾਰਾਜ ਜੀ ਦਾ ਲੰਗਰ ਚਲਾਵਾਂ। ਤੇ ਫਿਰ ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ ਜੀ ਆਏ। ਫਿਰ ਮਹਾਰਾਜ ਜੀ ਨੇ ਦਸਤਾਰ ਦਿੱਤੀ ਕਿ ਵੱਡੇ ਗੁਰੂ ਭਾਈ, ਤੁਹਾਡਾ ਹੱਕ ਬਣਦਾ ਸੀ, ਆਹ ਸਾਂਭੋ। ਫਿਰ ਇਹ ਭੁੱਖੇ ਤਲਾਈ ਨਾ ਨਿਭੀ। ਸੋ ਮਹਾਂਪੁਰਖ ਹਲਵਾ ਰਹੇ ਸੀ। ਰਾਵਲਪਿੰਡੀ ਦੀ ਸੰਗਤ ਆਈ ਦਰਸ਼ਨਾਂ ਵਾਸਤੇ ਤੇ ਮਹਾਂਪੁਰਖ ਨੇ ਦੇਖਿਆ ਬੜਾ ਇਹਨਾਂ ਅਮੀਰ ਘਰਾਂ ਦੇ ਕਿ ਅਮੀਰ ਘਰਾਂ ਤੋਂ ਲੋਕ ਆਏ। ਕਹਿੰਦੇ ਇੱਥੇ ਸੰਤ ਨੇ, ਮਹਾਂਪੁਰਸ਼ ਰਹਿੰਦੇ ਨੇ। ਕਹਿੰਦੇ ਕੁਟੀਆ ਸਥਾਨ 'ਚ ਨੇ, ਜਾਓ ਅੰਦਰ ਦੇਖੋ। ਤਾਂ ਜਦੋਂ ਆਏ ਪਿੱਛੋਂ ਦੀ ਆ ਕੇ ਦਰਬਾਰ 'ਚ ਬੈਠ ਗਏ। ਕਹਿੰਦੇ ਤਾਂ ਉਹੀ ਨੇ ਜਿਨ੍ਹਾਂ ਨੂੰ ਹਲਵਾਉਂਦੇ ਨੇ ਪੁੱਛਿਆ ਸੀ, ਉਹੀ ਪ੍ਰਤੀਤ ਹੋ ਰਹੇ ਨੇ। ਸ਼ੱਕ ਹੋਇਆ ਤਾਂ ਸੰਗਤ ਨੂੰ ਪੁੱਛਿਆ ਤਾਂ ਕਹਿੰਦੇ ਹਾਂਜੀ ਇਹੀ ਮਹਾਂਪੁਰਸ਼ ਨੇ ਇੱਥੋਂ ਦੇ, ਕਿਉਂਕਿ ਗੁਪਤ ਪ੍ਰਗਟ ਸਭ ਜਾਣੀਏ, ਜੇ ਮਨ ਰਾਖਿਆ ਠਾਏ। ਇਹ ਸਮਰੱਥਾ ਮਹਾਂਪੁਰਖਾਂ ਦੇ ਵਿੱਚ ਹੁੰਦੀ ਹੈ। ਫਿਰ ਸਾਧ ਸੰਗਤ ਜੀ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸ਼ਖਸੀਅਤਾਂ ਆਈਆਂ। ਬਾਬਾ ਹੀਰਾ ਸਿੰਘ ਜੀ, ਸੰਤ ਬਾਬਾ ਭਗਵਾਨ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਸੰਤ ਬਾਬਾ ਕ੍ਰਿਸ਼ਨ ਸਿੰਘ ਜੀ ਮਹਾਰਾਜ। ਉਹਨਾਂ ਨੇ ਸੇਵਾ ਕਰਕੇ ਇਹ ਬਰਕਤਾਂ ਲਈਆਂ, ਬਖਸ਼ਿਸ਼ਾਂ। ਫਿਰ ਮਹਾਂਪੁਰਖਾਂ ਨੇ ਹੁਕਮ ਕੀਤਾ ਜਿਵੇਂ ਕਿ ਇਸੇ ਢੱਕੀ ਦੇ ਜੰਗਲ ਵਿੱਚ ਆਏ। ਇੱਥੇ ਆ ਕੇ ਫਿਰ ਦੋਹਾਂ ਗੁਰ ਭਾਈਆਂ ਨੇ ਰਾਮ ਕ੍ਰਿਸ਼ਨ ਵਾਲਾ ਪਿਆਰ ਨਿਭਾਇਆ। ਆਪਣੇ ਪਿੱਠਾਂ ਜੋੜ ਲੈਣੀਆਂ। 125 ਸ਼੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰਨੇ। ਮਹਾਰਾਜ ਹਰਖੋਵਾਲ ਵਾਲੇ ਆਏ ਤੇ ਬਚਨ ਕੀਤਾ ਕਿ ਇਸ ਤਰ੍ਹਾਂ ਮਹਾਰਾਜ ਵਿਛੋੜਾ ਦੇ ਗਏ ਨੇ ਤੇ ਮਨ ਅਚਾਟ ਰਹਿੰਦਾ ਹੈ। ਤੇ ਸੰਤ ਹਰਖੋਵਾਲ ਵਾਲੇ ਮਹਾਂਪੁਰਖ ਜੀ ਨੇ ਬਚਨ ਕੀਤਾ ਕਿ ਮੈਂ ਉਸ ਵੇਲੇ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਸੀ ਤੇ ਆਪ ਜੀ ਨੂੰ ਉਹਨਾਂ ਨੇ ਇੱਕ ਬਚਨ ਦਿੱਤਾ ਸੀ। ਕਹਿਣ ਲੱਗੇ ਤੇ ਬਚਨ ਤੇ ਬਹੁਤ ਸਾਰੇ ਮਹਾਂਪੁਰਖਾਂ ਨੇ ਕਿਰਪਾ ਕੀਤੀ ਹੈ, ਕੋਈ ਵਿਸ਼ੇਸ਼ ਹੈ ਤਾਂ ਹੁਕਮ ਕਰੋ। ਕਹਿਣ ਲੱਗੇ ਕਿ 12 ਸਾਲ 125 ਜਪਜੀ ਸਾਹਿਬ ਦੇ ਪਾਠ ਰੋਜ਼ ਕਰਨ ਦਾ ਹੁਕਮ ਲਾਇਆ ਸੀ। ਹੁਣ ਇਹ ਸਮਾਂ 12 ਸਾਲ ਦਾ ਕੋਈ ਥੋੜਾ ਤਾਂ ਹੁੰਦਾ ਨਹੀਂ ਹੈ। ਕਹਿੰਦੇ ਮਹਾਰਾਜ ਕੋਈ ਬੜਾ ਲੰਬਾ ਸਮਾਂ ਹੈ। ਤੇ ਮਹਾਰਾਜ ਹਰਖਵਾਲ ਵਾਲੇ ਕਹਿਣ ਲੱਗੇ ਕਿ ਚਲੋ 3 ਸਾਲ ਕਰੋ। 3 ਸਾਲ ਕੀਤੇ, ਫਿਰ 3 ਸਾਲ। ਫਿਰ ਸਾਧ ਸੰਗਤ ਜੀ ਕਹਿੰਦੇ ਹੁਣ ਅਸੀਂ ਸਮੇਂ ਦੀ ਵੰਡ ਕਰਾਂਗੇ, ਇਸ ਨੂੰ ਪੂਰਾ ਕਰਾਂਗੇ। ਮਨ 'ਚ ਆਇਆ ਕਿ ਹੁਣ ਹਰੀ ਜਸ ਕੀਰਤਨ ਵੀ ਕਰੀਏ, ਕਿਉਂਕਿ ਜਦੋਂ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣਾ ਸੀ ਤਾਂ ਉਸ ਵੇਲੇ ਫਿਰ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਨੇ ਇਹਨਾਂ ਸੇਵਾਦਾਰਾਂ ਨੂੰ ਬੁਲਾਇਆ ਤੇ ਕੱਲ ਮਨ ਦੇ ਵਿੱਚ ਇਹ ਗੁਮਾਨ ਨਾ ਰਹੇ ਕਿ ਮਹਾਂਪੁਰਖਾਂ ਦੀ ਸੰਗਤ ਕੀਤੀ ਤੇ ਅਸੀਂ ਖਾਲੀ ਰਹਿ ਗਏ। ਤਾਂ ਆਪੋ ਆਪਣੀ ਭਾਵਨਾ ਦੱਸੋ
ਤੇ ਸੰਤ ਬਾਬਾ ਹੀਰਾ ਸਿੰਘ ਜੀ ਕਹਿਣ ਲੱਗੇ ਕਿ ਮਹਾਰਾਜ ਜਦੋਂ ਵੀ ਮੈਂ ਸਰੀਰ ਤਿਆਗਾਂ ਤਾਂ ਮੇਰਾ ਸਿਮਰਨ ਚੱਲਦਾ ਹੋਵੇ। ਇਹ ਸੰਤ ਬਾਬਾ ਹਰਦੇਵ ਸਿੰਘ ਜੀ ਲੂਲੋਂ ਵਾਲੇ ਜਿਹੜੇ ਅੱਜ ਸਾਡੇ ਦਰਮਿਆਨ ਨਹੀਂ, ਵਾਹਿਗੁਰੂ ਨੂੰ ਭਲੀ ਹੋ ਗਏ ਨੇ। ਤਾਂ ਉਹ ਕਹਿੰਦੇ ਸੀ ਕਿ ਉਹਨਾਂ ਦਾ ਸਿਮਰਨ ਚੱਲਦਾ ਸੀ ਜਦੋਂ ਉਹਨਾਂ ਨੇ ਆਪਣਾ ਸਰੀਰ ਤਿਆਗਿਆ। ਉਸ ਤੋਂ ਬਾਅਦ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਕਿ ਮੈਨੂੰ ਫਕੀਰੀ ਦੇ ਦਿਓ। ਤੇ ਸਾਰੀ ਜ਼ਿੰਦਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ ਨੇ ਤੇ ਰੇਰੂ ਸਾਹਿਬ ਸਥਾਨ ਦੀ ਸੇਵਾ ਸੀ। ਤੇ ਜਦੋਂ ਮੱਝਾਂ ਨੂੰ ਪੱਠੇ ਪਾ ਰਹੇ ਨੇ, ਘੋੜਿਆਂ ਨੂੰ ਖਰਖਰਾ ਫੇਰ ਰਹੇ ਨੇ, ਉਹਨਾਂ ਦੇ ਪੈਰ ਸਾਫ਼ ਕਰ ਰਹੇ ਨੇ, ਭਾਂਡੇ ਮਾਂਜ ਰਹੇ ਆ, ਝਾੜੂ ਜਾਂ ਹੋਰ ਸੇਵਾਵਾਂ ਸਾਧੂ ਸੰਤਾਂ ਦੀ, ਬਸ ਉਹ ਫਕੀਰੀ 'ਚ ਬੜੇ ਸਾਦੇ ਢੰਗ ਨਾਲ ਰਹੇ। ਫਿਰ ਸੰਤ ਮਹਾਰਾਜ ਜੀ ਦਾ ਸਮਾਂ ਆ ਗਿਆ, ਕਹਿਣ ਲੱਗੇ ਕਿ ਤੁਸੀਂ ਵੀ ਮੰਗ ਲਓ ਕੁਝ। ਕਹਿੰਦੇ ਮਹਾਰਾਜ ਮੈਨੂੰ ਕੀਰਤਨ ਦੀ ਦਾਤ ਬਖਸ਼ ਦਿਓ। ਤੇ ਮਹਾਰਾਜ ਕਹਿੰਦੇ ਚੰਗਾ, ਤੁਸੀਂ ਹਰੀ ਦਾ ਜਸ ਮੰਗਿਆ ਹੈ, ਸਾਰੇ ਸੰਸਾਰ ਤੇ ਤੁਹਾਡਾ ਜਸ ਹੋਵੇਗਾ। ਗੱਜ ਕੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਆ ਦੇਖੋ, ਅੱਜ ਵੀ ਆਪਾਂ ਦੇਖਦੇ ਹਾਂ ਕਿ ਜਦੋਂ ਵੀ ਉਹ ਆਪਣਾ ਟਿਊਨ ਵਜਾਉਂਦੇ ਆ, ਜਿਹਨੂੰ ਸ਼ਾਨ ਕਿਹਾ ਜਾਂਦਾ, ਕੀਰਤਨ ਕਥਾ ਕੀਰਤਨ ਤੋਂ ਪਹਿਲਾਂ ਜਿਹੜੇ ਵਜਾਉਂਦੇ ਆ, ਉਹ ਨਿਰਾਲਾ ਹੀ ਆ। ਉੱਥੇ ਡਾਕਟਰ ਸਾਹਿਬ ਹੈ, PhD ਕੀਤੀ ਹੋਈ ਉਹਨਾਂ ਨੇ, ਤੇ ਕਹਿੰਦੇ ਮਹਾਰਾਜ ਜਥੇਦਾਰ ਸਾਹਿਬ ਜੀ, ਕਹਿੰਦੇ ਮਹਾਰਾਜ ਤੁਸੀਂ ਇਹ ਵਜਾਉਂਦੇ ਕੀ ਕਰਦੇ ਹੁੰਦੇ ਹੋ? ਉਸ ਵੇਲੇ ਕੋਈ ਅਨੋਖਾ ਹੀ ਰਸ ਬਣ ਜਾਂਦਾ ਹੈ। ਸੋ ਇਸ ਵਾਸਤੇ ਉਹਨਾਂ ਦੇ ਗਲੇ ਦੇ ਵਿੱਚ ਤੋਲਵੇਂ ਬੋਲਵੇਂ ਸ਼ਬਦ ਕਿੰਨੇ ਮਰਿਆਦਾ ਦੇ ਵਿੱਚ। ਫਿਰ ਸਾਧ ਸੰਗਤ ਜੀ ਆ ਗਏ। ਧੰਨ ਧੰਨ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਿ ਮਹਾਰਾਜ ਮੈਨੂੰ ਸੇਵਾ ਦੇ ਦਿਓ। ਉਹ ਲੋਹ ਪੁਰਸ਼ ਸੀਗੇ। ਜਦੋਂ ਇੱਥੇ ਆਏ ਕਹਿਣ ਲੱਗੇ ਮਹਾਰਾਜ ਆਪਾਂ ਕੋਈ ਜਗ੍ਹਾ ਬਣਾਈਏ। ਕਹਿੰਦੇ ਗਾਂ ਸੰਭਾਲਣ ਵਾਲੇ ਸੇਵਾਦਾਰ ਤਾਂ ਮਿਲਦੇ ਨਹੀਂ। ਵੱਡੇ ਮਹਾਰਾਜ ਕਹਿੰਦੇ ਤੁਹਾਡੀਆਂ ਜਿਹੜੀ ਸੰਗਤਾਂ ਆਉਂਦੀਆਂ ਉਹ ਕਿੱਥੇ ਰਿਹਾ ਕਰਨਗੇ? ਕ੍ਰਿਸ਼ਨ ਜੀ ਕਹਿੰਦੇ ਕਿਸ਼ਨ ਜੀ ਕਹਿੰਦੇ ਮੈਂ ਤੁਹਾਡੀ ਸੰਗਤ ਵਾਸਤੇ ਬਣਾਉਣਾ ਚਾਹੁੰਦਾ ਹਾਂ। ਤਾਂ ਜਿੰਨੀ ਵੀ ਰਚਨਾ ਆਪਾਂ ਰਾੜਾ ਸਾਹਿਬ ਦੇ ਵਿੱਚ ਨਜ਼ਰ ਆਉਂਦੀ ਹੈ, ਇਹ ਸਾਰੀ ਦੇਖ ਰੇਖ ਪ੍ਰਬੰਧ ਧੰਨ ਧੰਨ ਬਾਬਾ ਕਿਸ਼ਨ ਸਿੰਘ ਜੀ ਨੇ ਆਪ ਆਪਣੇ ਸਮੇਂ ਦੇ ਵਿੱਚ ਰਹਿੰਦੇ ਹੋਏ ਕਰਾਏ। ਕਿਉਂਕਿ ਵੱਡੇ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਤਾਂ ਹਮੇਸ਼ਾ ਕੀਰਤਨ ਕਥਾ ਦੇ ਵਿੱਚ ਪ੍ਰਚਾਰ ਦੇ ਵਿੱਚ ਹੀ ਰਹੇ ਹਨ। ਇਹੋ ਜਿਹੇ ਚਿੱਤਰ ਮਿਲਦੇ ਨੇ ਜਿਨ੍ਹਾਂ ਵਿੱਚ ਆਪ ਪੰਜਾਂ ਪੈਰਾਂ ਦੇ ਸ਼ਮੂਲੀਅਤ ਕਰਕੇ ਪੰਜਾਂ ਖੰਡੇ ਬਾਟੇ ਦੀ ਪੌਲ ਛਕਾ ਰਹੇ ਨੇ ਸੰਗਤ ਨੂੰ। ਤੇ ਸਾਧ ਸੰਗਤ ਜੀ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਬੇਅੰਤ ਬਿਹੰਗਮ ਗ੍ਰਸਤੀ ਵੀ ਆਏ। ਸੰਤ ਬਾਬਾ ਹਜੂਰਾ ਸਿੰਘ ਜੀ ਅੱਜ ਸਾਡੇ ਦਰਮਿਆਨ ਨਹੀਂ, ਸ਼੍ਰੀਮਾਨ ਜੀ। ਇਸੇ ਤਰ੍ਹਾਂ ਹੋਰ ਮਹਾਂਪੁਰਖ ਵੀ, ਸੰਤ ਮਹਿੰਦਰ ਸਿੰਘ ਜੀ ਮਹਾਰਾਜ ਨੇ 40 ਸਾਲ ਢੋਲਕੀ ਵਜਾਉਣ ਦੀ ਸੇਵਾ ਕੀਤੀ ਹੈ। ਤੇ ਬਾਬਾ ਹਜੂਰਾ ਸਿੰਘ ਜੀ ਦੀ ਡਰਾਈਵਰੀ। ਵੱਡੇ ਮਹਾਰਾਜ ਕਹਿੰਦੇ ਕਿ ਇੱਕ ਤਾਂ ਜਾਣ ਤੋਂ ਪਹਿਲਾਂ ਅਸੀਂ ਅੱਧਾ ਘੰਟਾ ਪਹਿਲਾਂ ਦੱਸਿਆ ਕਰਾਂਗੇ। ਇਹ ਨਹੀਂ ਸੁਣਨਾ ਕਿ ਤੇਲ ਮੁੱਕ ਗਿਆ, ਚਾਬੀ ਭੁੱਲ ਗਏ, ਇੰਜਨ ਖਰਾਬ ਆ। ਉਹਨਾਂ ਨੇ ਵੀ 40 ਸਾਲ ਗੱਡੀ ਚਲਾਈ ਤੇ ਕਦੇ ਵੀ ਕੋਈ ਅਲਾਮਾ ਨਾ ਦਿੱਤਾ। ਗੱਲ ਕਰ ਲੈਣੀ ਸਾਧ ਸੰਗਤ ਜੀ ਬਹੁਤ ਸੌਖੀ ਹੈ। 40 ਸਾਲ ਢੋਲਕੀ ਵਜਾਈ ਬਾਬਾ ਮਹਿੰਦਰ ਸਿੰਘ ਜੀ ਨੇ, ਮਰਜੀਵੜੇ ਬਣ ਕੇ ਨਿਭਾਈ। ਤੇ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਉਹਨਾਂ ਦੇ ਲੰਗਰ ਦੀ ਸੇਵਾ ਕੀਤੀ। ਜਦੋਂ ਵੀ ਫੁਲਕਾ ਪਕਾਉਣਾ ਹੋ ਜੇ, ਕੋਈ ਗੱਲ ਵੀ ਕਰ ਜੇ ਕਿ ਕੱਚਾ ਰਹਿ ਜਾਏਗਾ, ਜ਼ਿਆਦਾ ਸੜ ਜਾਏਗਾ, ਇਹ ਮਹਾਰਾਜ ਜੀ ਲਈ ਮੈਂ ਫੁਲਕਾ ਤਿਆਰ ਕਰਨਾ ਹੈ ਸਿਹਤ ਦੇ ਮੁਤਾਬਿਕ। ਉਸੇ ਤਰ੍ਹਾਂ ਹੀ ਸਾਰਾ ਬਾਣੀ ਪੜ੍ਹਦਿਆਂ ਨਾਲ ਜਪਦਿਆਂ, ਜਿਵੇਂ ਬਾਬਾ ਹਮਦਾਲ ਜੀ ਹਮੇਸ਼ਾ ਸੇਵਾ 'ਚ ਹੀ ਰਹਿਣਾ ਲੰਗਰ ਹਾਲ ਦੇ ਵਿੱਚ। ਤਾਂ ਮਨ 'ਚ ਹੋਏ ਕਿ ਅੰਮ੍ਰਿਤ ਵੇਲੇ ਤਾਂ ਮਹਾਰਾਜ ਦੇ ਦਰਸ਼ਨ ਦਾ ਸਮਾਂ ਨਹੀਂ ਮਿਲਦਾ ਕਿ ਆਪ ਹੀ ਦਰਸ਼ਨ ਦੇਣ ਆ ਗਏ।
उस वेले वो आटा गुन्नण की सेवा कर रहे थे। हुण दो चीज़ां सामने, महाराज का सत्कार भी ते लंगर भी। तो उन्होंने फिर आटे नाल गुज्जे लिबड़े हत्थां नूं पिछे कमर ते रख ले ते मस्तक धन धन श्री गुरु अमरदास जी साहब जी नाल चरण कमलों ते लगाता। महाराज बड़ा मुस्कुराए, कहते हम दाल कमाल कर देती है, गुरु के लंगर का सत्कार भी रखा और साडा सत्कार भी रखा। जब तेरी संप्रदा चलेगी वो इस तरह ही मत्था टेकिया करनगे। गज के बोलो सतनाम श्री वाहिगुरू। तुसीं जाओ अमृतसर जिले दे विच ते लिखिया हुंदा बाबा धन धन बाबा हमदाल जी गड्डियां ते गड्डियां ते। लंगर की सेवा, चाह पानी की सेवा सब तो उत्तम श्रेष्ठ सेवा है, क्योंकि कोई भोजन छकाउंदा है तो उन्हें पुण्य लगता है, हंकार दूर हुंदा है, बहुत बख्शिशां लैंदा है। धन धन बाबा तेजा सिंह जी महाराज जी ने इस तरह ही जल पानी सेवा निभाई संत बाबा ईश्वर सिंह जी दी। ते संत बाबा ईश्वर सिंह जी महाराज जी जो सचखंड गए, जो श्रीमान संत बाबा तेजा सिंह जी महाराज जी का समा आया, फिर ये दस्तार वाली गल कहते नहीं, फिर सीस ते कला सरोपा ही रखवाया। तो जदों फिर बाबा जी विछोड़ा दे गए, उस वेले ट्रस्ट वाले भी सारे सेवादारां ने श्रीमान संत बाबा बलजिंदर सिंह जी नूं, जिहड़े हुण सारा उत्थे राड़ा साहब देख रहे ने, संगत ने उन्हां नूं जथेदारी दित्ती, सन्मान दिता। उस वेले यही बचन होया सी कि श्रीमान संत बाबा तेजा सिंह जी ने उस दस्तार नूं उवें तिवें ही संभाल के रखिया होया है। गज के बोलो सतनाम श्री वाहिगुरू। ये देखो सत्कार प्यार दीयां भावनावां हैगियां ने। फिर जदों उन्होंने साध संगत वालों पंथ की सेवा मिली, इतने त्याग विराग विच रहे, तो उसे महापुरखा ने भोरे कहा कि भोरे विच ही सेवा निभावांगे। कई बार बाहर भी सेवादार विचरदे, कितनी त्रुटियां खामियां जो भी मिलदियां, पर उन्हां दा ऐसा त्याग विराग सिमरन जुड़े रहे, अंदर बह के भी सारे काम पूरे संपूर्ण करते रहे, किसी तरह की कोई बखेरता पैदा ही नहीं हुई। उन्हां दे तप दा इन्ना प्रभाव रहा और डेरे दे विच एकता प्यार चढ़दी कला। ये साध संगत जी बंदगी वाले महापुरखां दी किरपा, ये संगत सारी सुलझी हुई है। तुहानूं ज़्यादा उपदेश देने की लोड़ नहीं है, क्योंकि तिनको क्या उपदेश है जिन गुरु नानक देव। तुसीं सारे महापुरखां दे संगी हो, और कई ऐसे बजुर्ग भी मौजूद हैं जिन्हें बड़े महापुरखां की संगत भी की है। संत बाबा किशन सिंह जी की भी संगत की है, और संत बाबा तेजा सिंह जी की भी संगत की है, और पुराने सेवादार। और जिस तरह मारे पर पार्टी चला गए, प्रशादे पकाउण दी माइयां दी सेवादार सेवा कर देंदी, वेख के हैरान हो जाइदा कि जां तो दरबार साहब इउं जां हजूर साहब इउं बाबा निधान सिंह जी दे लंगर हाल दे विच इस तरह लंगर पकदा, जां फिर जदों राड़ा साहब जाइए उदों कि लंगर दी दौलत वंडी है, लंगर दौलत वंडी है, रस अमृत खीर क्या ले। जदों वड्डे महाराज जी का समा आ गया, जदों उत्थे आपां देखते हैं किन्ना प्रशादा पानी, आपां देखते ज़्यादातर कहते हैं कि लड़के का कोई वड्डा भरा तो नहीं, जदों लड़की का किसी का रिश्ता देखते हैं ताकि किते दो रोटियां वध ना पकाउणियां पै जाण। पर वो देखो गुरु महाराज जी के स्थान जिथे दिन रात प्रशादा पानी पकते हैं, ये उन्हों का प्रताप है। लंगर चलते हैं, लंगर चले गुर शब्द हर तोट ना भी खट्टीए। जदों भी लंगर चलता बंदगी वाले संतां महापुरखां कमाई वालियां दे शब्द दे लंगर भी चलते हैं,
ਤੇ ਗੁਰਬਾਣੀ ਦਾ ਲੰਗਰ ਵੀ ਚੱਲ ਰਿਹਾ ਹੈ। ਦੂਸਰਾ ਸਰੀਰਕ ਰਿਸ਼ਟ ਪੁਸ਼ਟ ਵਾਸਤੇ ਭੋਜਨ ਪਾਣੀ ਦਾ ਵੀ ਤਿਆਰ ਹੈ। ਆਤਮਾ ਨੂੰ ਵਧੀਆ ਬਣਾਉਣ ਵਾਸਤੇ ਨਾਮ ਬਾਣੀ ਦਾ ਲੰਗਰ ਵੀ ਚਲਾਉਂਦੇ ਹਨ। ਸੋ ਸਮਾਂ ਸੰਪੂਰਨ ਹੋ ਗਿਆ। ਇਸ ਵਾਸਤੇ ਸਮਾਂ ਅੱਗੇ ਇਜਾਜ਼ਤ ਨਹੀਂ ਦਿੰਦਾ। ਗੱਲ ਇੱਕੋ ਨੁਕਤੇ ਵਿੱਚ ਮੁੱਕਦੀ ਹੈ, ਇੱਕੋ ਨੁਕਤੇ ਵਿੱਚ ਟੁੱਕਦੀ ਹੈ। ਅੱਖਰ ਤਾਂ ਇੱਕੋ ਹੀ ਹੈ। ਗੋਡ ਅਦਲ ਬਦਲ ਕਰਦੀ ਹੈ, DOG ਕਰਦੀ ਹੈ ਤਾਂ ਫਿਰ ਆਮ ਅੱਜ ਕੱਲ੍ਹ ਘਰਾਂ ਦੇ ਵਿੱਚ ਕਾਫੀ ਹੈ ਡੋਗੀ ਡੁੱਗੀ ਰੱਖਣ ਦਾ। ਪਰ ਇੱਥੇ ਤਾਂ ਆਪਾਂ ਜਿਹੜੇ ਮਨ ਅੰਦਰ ਕੁੱਕਰ ਬਿਰਤੇ ਆ ਨਾ, ਇਹਨਾਂ ਨੂੰ ਤਿਆਗੀਏ। ਜਿਹੜੀ ਗੁਰਸਿੱਖਾਂ ਲਈ ਬਿਰਤੀ ਹੈ ਪਰਮਾਤਮਾ ਵਾਲੀ, ਸੁਰਤ ਦਾ ਅਭਿਆਸ, ਉਹਦਾ ਅਭਿਆਸ ਕਰਨਾ ਚਾਹੀਦਾ ਹੈ, ਨਾਮ ਬਾਣੀ ਦਾ। ਤੇ ਇੱਕ ਵਾਰ ਦਾ ਸਮਾਂ ਜਦੋਂ ਵੱਡੇ ਮਹਾਰਾਜ ਸਰਦਾਰ ਕੈਰੋਂ ਸਿੰਘ ਚੀਫ ਨਾਲ ਬੈਠਿਆ ਜਹਾਜ਼ ਦੇ ਵਿੱਚ ਸਫ਼ਰ ਕਰ ਰਹੇ ਤੇ ਵੇਖਿਆ ਜਦੋਂ ਉਤਰਿਆ ਜਹਾਜ਼, ਤੇ ਕੈਰੋਂ ਦੇ ਮਨ ਦੇ ਵਿੱਚ ਆਇਆ ਕਿ ਇੰਨਾ ਪੰਜਾਬ 'ਚ ਕਦੇ ਸਤਿਕਾਰ ਨਹੀਂ ਕੀਤਾ, ਲੋਕੀ ਹਾਰ ਲੈ ਕੇ ਖਲੋਤੇ ਨੇ। ਤਾਂ ਜਿਸ ਵੇਲੇ ਜਦੋਂ ਉਹ ਹਾਰ ਪੈਣ ਲੱਗੇ, ਉਹ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੇ ਗਲੇ 'ਚ ਪੈ ਗਏ। ਫਿਰ ਪਤਾ ਲੱਗਾ ਕਿ ਮੇਰੇ ਨਾਲ ਬੈਠੇ ਸੀ ਇਹ ਕੌਣ ਸਨ। ਫਿਰ ਪਿੱਛੋਂ ਤੋਂ ਪਤਾ ਲੱਗਾ ਕਿ ਇਹ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਨੇ। ਫਿਰ ਦਰਸ਼ਨ ਲਈ ਟਾਈਮ ਲਿਆ ਤੇ ਮਹਾਰਾਜ ਜੀ ਨੇ ਦੀਵਾਨਾਂ ਤੇ ਆਉਣਾ ਸੀ। ਸਮੇਂ ਤਾਂ ਉਹਨਾਂ ਦੇ ਸੂਰਜ ਚੰਦ ਵਾਂਗੂ ਚੱਲਦੇ ਸੀ। ਗੱਡੀ ਗੇਟ ਦੇ ਵਿੱਚ ਕਹਿੰਦੇ ਹੁਣ ਟਾਈਮ ਨਹੀਂ। ਤਾਂ ਕਹਿੰਦੇ ਕਿ ਫਿਰ ਬਾਅਦ ਦਾ ਸਮਾਂ ਮਿਲ ਜੇ, ਤਾਂ ਉਹਨਾਂ ਨੇ ਬਾਅਦ ਦਾ ਸਮਾਂ ਦਿੱਤਾ। ਫਿਰ ਕਈ ਦੇਰ ਬਾਅਦ ਜਦੋਂ ਹਿੰਦੁਸਤਾਨ ਦੇ ਦੁਆਰ 'ਤੇ ਮਿਲਿਆ, ਆਪਣੇ ਪੰਜਾਬ ਦੇ ਰਾੜਾ ਸਾਹਿਬ ਦੀ ਧਰਤੀ 'ਤੇ ਆਏ, ਚੀਫ ਆਇਆ, ਬੈਠਾ, ਗੱਲ ਕੀਤੀ। ਕਹਿੰਦੇ ਕਿੱਥੇ ਲਿਖਿਆ ਤੇਰਾ ਨਾਮ, ਕਿੱਥੇ ਲਿਖਿਆ ਤੇਰਾ ਚੀਫ ਹੈ? ਪ੍ਰਤਾਪ ਸਿੰਘ ਕੌਣ ਹੈ? ਫਿਰ ਮਹਾਰਾਜ ਜੀ ਨੇ ਜਿਹੜੇ ਬਚਨ ਕੀਤੇ, ਫਿਰ ਚਰਨੀ ਪੈ ਗਏ ਪ੍ਰਤਾਪ ਸਿੰਘ ਚੀਫ। ਕਹਿੰਦੇ ਬਹੁਤ ਸਾਧੂ ਸੰਤ ਮੈਨੂੰ ਆਪ ਕੋਟੇ ਮਨਜੂਰ ਵਾਲੇ ਮਿਲਦੇ ਨੇ। ਧੰਨ ਧੰਨ ਬਾਬਾ ਵੀਰ ਸਿੰਘ ਜੀ, ਕਰਮ ਸਿੰਘ ਨਰੰਗਾਬਾਦ ਵਾਲੇ, ਹੋਤੀ ਮਰਦਾਨ ਦੇ ਮਹਾਂਪੁਰਖ ਦੇਖੇ, ਜਿਨ੍ਹਾਂ ਵਿੱਚ ਰਾਜਾ ਜੋਗੀ ਰਹਿੰਦੇ ਹੋਏ ਵੀ ਫਕੀਰ ਨੇ। ਇਤਨਾ ਬੇਪਰਵਾਹ ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ ਜਾਕੋ ਪਾਕ ਸੁਆਮੀ। ਅੱਜ ਸਾਡੇ ਵਿੱਚ ਬੜੀ ਤਰੱਟੀ ਆ ਗਈ ਹੈ, ਖਾਨਾ ਜੰਗੀ ਛਿੜੀ ਹੋਈ ਹੈ। ਇੱਕ ਦੋ ਦੀ ਤਰਲੋਚਨਾ ਨੈੱਟ ਤੇ WhatsApp ਤੇ ਅਸੀਂ ਖੜਦੇ ਨਹੀਂ। ਇਹ ਚੀਜ਼ਾਂ ਸਾਡੀ ਕੌਮ ਦਾ ਬਹੁਤ ਨੁਕਸਾਨ ਕਰ ਰਹੀਆਂ ਨੇ। ਅੱਜ ਮਹਾਂਪੁਰਖਾਂ ਦੀ ਬਰਸੀ 'ਤੇ ਆਪਾਂ ਜੋ ਵੀ ਉਹਨਾਂ ਦੇ ਵਿਚਾਰ ਕਰ ਰਹੇ ਹਾਂ, ਉਹਨਾਂ ਨੇ ਸਾਰੀ ਜ਼ਿੰਦਗੀ ਆਪਣੇ ਜੋੜਨ ਦਾ ਹੀ ਉਪਰਾਲਾ ਕੀਤਾ। ਇੱਥੋਂ ਇਹ ਸਬਕ ਲੈ ਕੇ ਜਾਈਏ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੀ ਹੋਵਤ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਫਿਰ ਸਾਨੂੰ ਬੜਾ ਭਾਰੀ ਲਾਭ ਹੋਏਗਾ। ਸੋ ਮਹਾਰਾਜ ਕਿਰਪਾ ਕਰਨ, ਕੌਮ ਦੀ ਚੜ੍ਹਦੀ ਕਲਾ ਤੇ ਜਿਹੜੀ ਰੋਮਾਂ ਦੀ ਬੇਅਦਬੀ ਮਾਈ ਭਾਈ ਚੱਲ ਪਈ ਹੈ, ਇਹ ਤਿਆਗੋ, ਨਸ਼ੇ ਪੱਤੇ ਤਿਆਗੋ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ, ਤੇ ਫਿਰ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਕਿਉਂਕਿ ਇਸ ਘਰ ਦੀ ਮਹਿਮਾ, ਗੁਰੂ ਘਰ ਦੀ ਮਹਿਮਾ ਤੇ ਐਸੀ ਹੈ ਕਿ ਜਿਹੜਾ ਆ ਗਿਆ ਉਹ ਉਸੇ ਘਰ ਦਾ ਹੀ ਹੋ ਜਾਂਦਾ। ਮਹਾਂਪੁਰਖਾਂ ਦਾ ਜੀਵਨ ਹੀ ਅਲੌਕਿਕ ਸੀ। ਆਇਆ ਥਾ ਤੇਰੀ ਦੀਦ ਕੋ ਨਾ ਦੀਦ ਹੋ ਚੱਲਾ, ਚੌਖਟ ਕੋ ਤੇਰੀ ਚੂਮ ਕੇ ਸ਼ਹੀਦ ਹੋ ਚੱਲਾ, ਹੁਸਨੋ ਜਮਾਲ ਸੁਨ ਤੇਰਾ छैदा हुआ हूँ मैं, बख्शे पन को देखा बंदा बेखरीद हो चला। धन धन बाबा करम सिंह जी महाराज 84 फौजी आए, कहते कि रामानंद दे बचन सुनते हैं,
ਇੱਕੋ ਹੀ ਸ਼ਬਦ ਦੇ ਨਾਲ ਸਾਰਿਆਂ ਦੇ ਨਾਂ ਜੋ ਮੂੰਹ ਨਾ ਮੰਗੀਏ ਉਹ ਪਦਾਰਥ ਇੱਕ ਸ਼ਬਦ ਕਹਿ ਕੇ ਬ੍ਰਹਮ ਗਿਆਨ ਦੇ ਦੇਣ। ਤਾਂ ਧੰਨ ਬਾਬਾ ਕਰਮ ਸਿੰਘ ਜੀ ਸਾਹਿਬ ਜੀ ਨੇ ਇੱਕੋ ਸ਼ਬਦ ਦੇ ਨਾਲ ਹੀ ਸਾਰਿਆਂ ਦੇ ਅੰਦਰ ਹੀ ਬਰਕਤ ਭਰ ਦਿੱਤੀ ਸੀ। ਫਿਰ ਹੁਣ ਤਾਰ ਵਿੱਚ ਕਰੰਟ ਹੋਵੇ ਬਿਜਲੀ ਦਾ, ਜੋੜਾਂਗੇ ਤਾਂ ਦੂਈ ਵਿੱਚ ਵੀ ਆਜੂ। ਜੇ ਕਰੰਟ ਹੀ ਨਾ ਹੋਵੇ ਤਾਂ ਜਿੰਨਾ ਮਰਜ਼ੀ ਕਨੈਕਸ਼ਨ ਕਰੀ ਜਾਓ। ਜਿਹੜਾ ਉਸ ਮਾਲਕ ਨਾਲ ਜੁੜੇ ਆ, ਜਦੋਂ ਆ ਕੇ ਉਹਨਾਂ ਨਾਲ ਜੁੜਦੇ ਆ, ਮਿਲਿਆ ਚਾਹੇ ਸਿੰਧ ਕੋ, ਜਦੋਂ ਆਪਾਂ ਸਿੰਧ ਸਾਗਰ ਵਰਗਿਆਂ ਨੂੰ ਮਿਲਦੇ, ਜਿਹੜੀ ਨਦੀ ਦੇ ਵਿੱਚ ਮਿਲਦਾ, ਫਿਰ ਦਰਿਆ ਵਿੱਚ ਰਲਣਾ ਪੈਣਾ। ਜਿਹਦਾ ਲਿੰਕ ਸਮੁੰਦਰ ਨਾਲ ਜੁੜਿਆ ਉਹਦੇ ਤੇ ਲਿੰਕ ਮਿਲ ਜੂ। ਜਿਹਦਾ ਹਰਿਆਣੇ ਜਾ ਕੇ ਕਿਤੇ ਜਾਂ ਕਿਤੇ ਨਾ ਕਿਤੇ ਜਾ ਕੇ ਮੁੱਕ ਜਾਂਦਾ, ਉਹ ਇਸੇ ਤਰ੍ਹਾਂ ਹੀ ਜਿਹੜੇ ਪਹੁੰਚੇ ਮਹਾਂਪੁਰਖ ਨੇ, ਜਦੋਂ ਉਹਨਾਂ ਦੀ ਸੰਗਤ ਕਰਦੇ ਆ, ਉਹ ਗੁਰੂ ਰੂਪੀ ਸਾਗਰ ਨਾਲ ਭੇਦ ਹੁੰਦੇ ਆ। ਉਹਨਾਂ ਦੀ ਸੰਗਤ ਦੇ ਨਾਲ ਗੁਰ ਦਰਿਆਓ ਸਦਾ ਜਗ ਨਿਰਮਲ, ਮਿਲਿਆ ਉਤਰੇ ਮੈਲ ਹਰੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਤਾਂ ਸਾਧ ਸੰਗਤ, ਅੱਜ ਵੀਰਵਾਰ, ਸ਼ੁੱਕਰਵਾਰ ਔਰ ਸ਼ਨੀਵਾਰ ਔਰ ਐਤਵਾਰ 3 ਦਿਨ ਹੋਰ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੀ ਵਿਚਾਰ ਹੋਵੇਗੀ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।